शुक्र है तेरा हमें ये दिन दिखाया है। खुदाया शुक्र है तेरा हमें ये दिन दिखाया है। तेरे दर पे हम आए हैं और अपना सर झुकाया है। तेरे दर पे हम आए हैं और अपना सर झुकाया है। खुदाया शुक्र है तेरा हमें ये दिन दिखाया है। खुदाया शुक्र है तेरा हमें ये दिन दिखाया है। मेरी जो सरफराज़ी है वो तेरी मेहरबानी है। मेरी जो सरफराज़ी है वो तेरी मेहरबानी है। तेरे रुतबो करम का या रब किसने भेद पाया है। तेरे रुतबो करम का या रब किसने भेद पाया है। तेरे दर पे हम आए हैं और अपना सर झुकाया है। तेरे दर पे हम आए हैं और अपना सर झुकाया है। खुदाया शुक्र है तेरा हमें ये दिन दिखाया है। खुदाया शुक्र है तेरा हमें ये दिन दिखाया है। हमें ये दिन दिखाया है। हमें ये दिन दिखाया है। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਗੁਨਾਹਾਂ ਕਰਨਾ ਇਨਸਾਨੀਅਤ ਹੈ। ਉਹਨਾਂ ਗੁਨਾਹਾਂ 'ਤੇ ਪਛਤਾਵਾ ਕਰਨਾ ਇਹ ਈਸਾਈ ਜ਼ਿੰਦਗੀ ਦਾ ਇੱਕ ਬਹੁਤ ਵੱਡੀ ਨਿਸ਼ਾਨ ਹੈ। ਅੱਜ ਪ੍ਰਭੂ ਯਿਸੂ ਮਸੀਹ ਨੇ ਆਸਾ ਸਾਰਿਆਂ ਨੂੰ ਆਪਣੇ ਕੀਤੇ ਹੋਏ ਗੁਨਾਹਾਂ 'ਤੇ ਪਛਤਾਵਾ ਕਰਨ ਨੂੰ ਬੁਲਾਇਆ ਹੈ। ਆਓ ਅਸੀਂ ਇਸ ਪਾਕ ਮਾਸ ਦੀ ਸ਼ੁਰੂਆਤ ਵਿੱਚ ਸਾਡੇ ਕੀਤੇ ਹੋਏ ਸਾਰੇ ਛੋਟੇ ਗੁਨਾਹਾਂ ਤੋਂ ਲੈ ਕੇ ਵੱਡੇ ਗੁਨਾਹਾਂ ਤੱਕ ਯਾਦ ਕਰੀਏ। ਜੇ ਅਸੀਂ ਆਪਣੇ ਬੋਲਣ ਦੇ ਨਾਲ, ਸੋਚਣ ਦੇ ਨਾਲ ਜਾਂ ਕਰਨ ਦੇ ਨਾਲ ਅਸੀਂ ਆਪਣੇ ਭੈਣ ਭਰਾਵਾਂ ਦਾ ਦਿਲ ਦੁਖਾਇਆ ਹੈ, ਅਸੀਂ ਖੁਦਾ ਦੇ ਪਿਆਰ ਤੋਂ ਦੂਰ ਹੋ ਗਏ ਹਾਂ, ਉਹਨਾਂ ਗੁਨਾਹਾਂ ਅਤੇ ਪਾਪਾਂ ਲਈ ਖੁਦਾ ਦੇ ਅੱਗੇ ਤਹਿ ਦਿਲੋਂ ਮਾਫੀ ਮੰਗੀਏ। ਪਛਤਾਵੇ ਭਰੇ ਦਿਲ ਨਾਲ ਸਾਰੇ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ। ਆਮੀਨ।
ए प्रभु दया कर, ऐ प्रभु दया कर, ये मसीहा दया कर, ऐ मसीहा दया कर, ए प्रभु दया कर। ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ, ਤੂੰ ਸਾਰੀਆਂ ਚੰਗਿਆਈਆਂ ਦਾ ਸੋਮਾ ਹੈ ਅਤੇ ਤੇਰੀ ਭਲਾਈ ਤੇਰੇ ਅੱਗੇ ਦੁਆ ਕਰਨ ਵਾਲੇ ਤੇਰੇ ਲੋਕਾਂ ਦੀਆਂ ਸਭ ਇੱਛਾਵਾਂ ਅਤੇ ਸਾਰੀਆਂ ਖੂਬੀਆਂ ਤੋਂ ਪਰੇ ਹੈ। ਸਾਡੇ ਉੱਤੇ ਆਪਣੀ ਰਹਿਮ ਦਾ ਦਾਨ ਬਰਸਾ ਦੇ। ਜਿਸ ਤੋਂ ਸਾਡੀ ਜ਼ਮੀਰ ਡਰਦੀ ਹੈ ਉਸ ਨੂੰ ਮਾਫ਼ ਕਰ ਅਤੇ ਜਿਸ ਨੂੰ ਪਾਉਣ ਦੀ ਉਮੀਦ ਰੱਖਣ ਲਈ ਸਾਡੀ ਦੁਆ ਹਿੰਮਤ ਨਹੀਂ ਰੱਖਦੀ ਉਸ ਨੂੰ ਬਖਸ਼ ਦੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ ਆਮੀਨ। ਪਾਠ ਪਹਿਲਾ ਗਲਾਤੀਆਂ ਦੇ ਨਾਮ ਪੱਤਰ ਵਿੱਚੋਂ ਉਸ ਦਾ 4 ਬਾਬ 22 ਤੋਂ 24, 26 ਤੋਂ 27, 31 ਅਤੇ 5 ਬਾਬ ਉਸ ਦੀ 1 ਆਇਤ। ਅਬਰਾਹਮ ਦੇ 2 ਪੁੱਤਰ ਸਨ, ਇੱਕ ਗੋਲੀ ਤੋਂ ਅਤੇ ਇੱਕ ਆਜ਼ਾਦ ਤੋਂ। ਪਰ ਇੱਕ ਦਾ ਯਾਨੀ ਗੋਲੀ ਦੇ ਪੁੱਤਰ ਦਾ ਜਨਮ ਕੁਦਰਤ ਦੇ ਤਰੀਕੇ ਜਿਸਮ ਦੇ ਸੰਬੰਧ ਨਾਲ ਹੋਇਆ, ਪਰ ਦੂਸਰੇ ਦਾ ਯਾਨੀ ਆਜ਼ਾਦ ਔਰਤ ਦੇ ਪੁੱਤਰ ਦਾ ਜਨਮ ਵਾਅਦੇ ਨਾਲ ਹੋਇਆ। ਪਰ ਇਹ ਕਹਾਣੀ ਤਾਂ ਇੱਕ ਨਿਸ਼ਾਨ ਹੈ। ਉਹ ਦੋਵੇਂ ਔਰਤਾਂ 2 ਐਦਾਂ ਦੀਆਂ ਨਿਸ਼ਾਨ ਹਨ। ਇੱਕ ਔਰਤ ਸਿਨਾਈ ਪਹਾੜ ਨਾਲ ਸੰਬੰਧ ਰੱਖਦੀ ਹੈ ਅਤੇ ਗੁਲਾਮੀ ਲਈ ਸੰਤਾਨਾਂ ਪੈਦਾ ਕਰਦੀ ਹੈ, ਉਹ ਹੈ ਹਾਜ਼ਰਾ। ਪਰ ਦੂਸਰੀ ਔਰਤ ਉਤਾਂ ਵਾਲੇ ਯਰੂਸ਼ਲਮ ਦਾ ਨਿਸ਼ਾਨ ਹੈ ਜੋ ਆਜ਼ਾਦ ਹੈ ਅਤੇ ਉਹ ਸਾਡੀ ਮਾਂ ਹੈ, ਕਿਉਂਕਿ ਇਹ ਲਿਖਿਆ ਹੈ, ਖੁਸ਼ੀਆਂ ਮਨਾ ਐ ਬਾਂਝ ਜਿਸ ਬੱਚੇ ਜਣੇ ਨਹੀਂ, ਹੁਣ ਉੱਚੀ ਉੱਚੀ ਪੁਕਾਰ ਅਤੇ ਖੁਸ਼ੀ ਦੇ ਗੀਤ ਗਾ। ਤੂੰ ਜਿਸ ਕਦੀ ਜਣੇਪਾ ਪੀੜਾਂ ਸਹੀਆਂ ਨਹੀਂ, ਕਿਉਂਕਿ ਛੱਡੀ ਹੋਈ ਦੇ ਬੱਚੇ ਪਤੀ ਵਾਲੀ ਵਿਆਹੀ ਹੋਈ ਨਾਲੋਂ ਗਿਣਤੀ ਵਿੱਚ ਕਿਤੇ ਜ਼ਿਆਦਾ ਹਨ। ਇਸ ਲਈ ਭਰਾਓ, ਅਸੀਂ ਹੁਣ ਗੋਲੀ ਦੇ ਨਹੀਂ ਸਗੋਂ ਆਜ਼ਾਦ ਔਰਤ ਦੇ ਬੱਚੇ ਹਾਂ, ਕਿਉਂ ਜੋ ਮਸੀਹ ਨੇ ਸਾਨੂੰ ਆਜ਼ਾਦੀ ਦੇ ਲਈ ਆਜ਼ਾਦ ਕੀਤਾ ਹੈ। ਇਸ ਲਈ ਤੁਸੀਂ ਪੱਕੇ ਪੈਰੀ ਖੜੇ ਰਹੋ ਅਤੇ ਆਪਣੇ ਆਪ ਨੂੰ ਦੁਬਾਰਾ ਗੁਲਾਮੀ ਦੇ ਜੂਲੇ ਹੇਠ ਨਾ ਦਿਓ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਜਾਨ ਨੂੰ ਆਪ ਖੁਦਾਵੰਦ ਜੀਵਨ ਹੈ ਨਵਾਂ ਦੇਂਦਾ। ਮੇਰੀ ਜਾਨ ਨੂੰ ਆਪ ਖੁਦਾਵੰਦ ਜੀਵਨ ਹੈ ਨਵਾਂ ਦੇਂਦਾ। किसी चीज दी में
हमदो सना मैं गाऊं सदा, तेरी अंजील को मैं सुनाऊं सदा। तेरी हमदो सना मैं गाऊं सदा, तेरी अंजील को मैं सुनाऊं सदा। तू ही मेरा खुदा, ना हो मुझसे जुदा, तेरे वचनों से शिफा मैं पाऊं सदा। हालेलुया, 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 हालेलुया। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਸੰਤ ਲੂਕਾ ਦੀ ਅੰਜੀਲ 11 ਬਾਬ 29 ਤੋਂ ਲੈ ਕੇ 32 ਤੱਕ। ਯੂਨਾ ਨਬੀ ਦਾ ਨਿਸ਼ਾਨ। ਜਦੋਂ ਪੀੜ ਵੱਧਦੀ ਜਾ ਰਹੀ ਸੀ ਤਾਂ ਉਹ ਕਹਿਣ ਲੱਗਾ, ਇਹ ਪੀੜੀ ਇੱਕ ਦੁਸ਼ਟ ਪੀੜੀ ਹੈ, ਇਹ ਨਿਸ਼ਾਨ ਮੰਗਦੀ ਹੈ, ਪਰ ਇਸ ਦੇ ਲਈ ਕੋਈ ਹੋਰ ਨਿਸ਼ਾਨ ਦਿੱਤਾ ਨਹੀਂ ਜਾਏਗਾ ਸਿਵਾਏ ਨਬੀ ਯੂਨਾ ਦੇ ਨਿਸ਼ਾਨ। ਕਿਉਂਕਿ ਜਿਸ ਤਰ੍ਹਾਂ ਯੂਨਾ ਨਿਨਵੇ ਦੇ ਲੋਕਾਂ ਲਈ ਇੱਕ ਨਿਸ਼ਾਨ ਬਣਿਆ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਇਸ ਪੀੜ੍ਹੀ ਦੇ ਲਈ ਨਿਸ਼ਾਨ ਹੋਵੇਗਾ। ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਦੇ ਨਾਲ ਜੀ ਉਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਏਗੀ, ਕਿਉਂਕਿ ਉਹ ਸੁਲੇਮਾਨ ਦਾ ਗਿਆਨ ਸੁਣਨ ਲਈ ਧਰਤੀ ਦੀਆਂ ਹੱਦਾਂ ਤੋਂ ਆਈ। ਅਤੇ ਵੇਖੋ, ਇੱਥੇ ਉਹ ਹੈ ਜੋ ਸੁਲੇਮਾਨ ਤੋਂ ਵੀ ਵਧੇਰੇ ਮਹਾਨ ਹੈ। ਨਿਆਂ ਦੇ ਦਿਨ ਨਿਨਵੇ ਦੇ ਲੋਕ ਇਸ ਪੀੜ੍ਹੀ ਦੇ ਨਾਲ ਜੀ ਉਠਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਹਨਾਂ ਯੂਨਾ ਦਾ ਉਪਦੇਸ਼ ਸੁਣ ਕੇ ਪਛਤਾਵਾ ਕੀਤਾ। ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾ ਤੋਂ ਵੀ ਮਹਾਨ ਹੈ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ, ਅੱਜ ਦੀ ਅੰਜੀਲ ਸਾਨੂੰ ਪੁਰਾਣੇ ਨੇਮ ਦੇ ਵਿੱਚ ਲੈ ਕੇ ਜਾਂਦੇ ਹਾਂ। ਪੁਰਾਣੇ ਨੇਮ ਦੀਆਂ ਗੱਲਾਂ, ਪੁਰਾਣੇ ਜ਼ਮਾਨੇ ਦੀਆਂ ਗੱਲਾਂ, ਇੱਥੋਂ ਤੱਕ ਯੂਹੰਨਾ ਬਪਤਿਸਮਾ ਤੱਕ ਸਾਡੀ ਸੋਚ ਵਿਚਾਰ ਲੈ ਕੇ ਜਾਂਦੇ ਹਾਂ। ਧਾਰਮਿਕਤਾ ਅਤੇ ਅਧਾਰਮਿਕਤਾ ਇਨਸਾਨਾਂ ਲਈ ਇਹ ਕੋਈ ਨਵਾਂ ਵਿਸ਼ਾ ਨਹੀਂ ਹੈ। ਅਸੀਂ ਇਸ ਦੁਨੀਆ ਵਿੱਚ ਧਾਰਮਿਕ ਲੋਕਾਂ ਨੂੰ ਵੀ ਦੇਖਦੇ ਹਾਂ ਜਿਹੜੇ ਚੰਗੇ ਜ਼ਿੰਦਗੀ ਗੁਜ਼ਾਰਦੇ ਹਨ। ਅਧਾਰਮਿਕ ਲੋਕਾਂ ਨੂੰ ਵੀ ਅਸੀਂ ਵੇਖਦੇ ਹਾਂ ਜੋ ਖੁਦਾ ਦੇ ਕਿਰਪਾ ਦੇ ਪਾਤਰ ਨਾ ਰਹਿੰਦੇ ਹੋਏ ਵੀ ਦੁਨਿਆਵੀ ਜ਼ਿੰਦਗੀ ਗੁਜ਼ਾਰਨ ਦੇ ਲਈ ਕੜੀ ਮਿਹਨਤ ਕਰਦੇ ਹਨ। ਇਸ ਲਈ ਅੱਜ ਦੀ ਪਵਿੱਤਰ ਅੰਜੀਲ ਦੀ ਵਿਸ਼ਾ ਇਹੀ ਹੈ, ਅਧਾਰਮਿਕਤਾ। ਪੈਗਨਿਜ਼ਮ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ। ਅੱਜ ਦੀ ਅੰਜੀਲ ਸਾਨੂੰ 2-3 ਘਟਨਾਵਾਂ ਜਾਂ ਲੋਕਾਂ ਦੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਅੱਜ ਦੀ ਅੰਜੀਲ ਵਿੱਚ ਅਸੀਂ ਵੇਖਦੇ ਹਾਂ ਯੂਨਾ ਅਤੇ ਨਿਨਵੇ ਦੀ ਸ਼ਹਿਰ। ਯੂਨਾ ਨਬੀ ਜੋ ਪੁਰਾਣੇ ਨੇਮ ਦੇ ਵਿੱਚੋਂ ਅਸੀਂ ਲੱਭਦੇ ਹਾਂ, ਨਿਨਵੇ ਸ਼ਹਿਰ ਜਾ ਕੇ ਪਛਤਾਵੇ ਦਾ ਪ੍ਰਚਾਰ ਕੀਤਾ ਅਤੇ ਜਿਹੜੇ ਲੋਕ ਉਸ ਦੇ ਪ੍ਰਚਾਰ ਨੂੰ ਸੁਣ ਕੇ ਪਛਤਾਵਾ ਕੀਤਾ, ਉਹਨਾਂ ਦੇ ਲਈ ਅੱਜ ਦੀ ਅੰਜੀਲ ਦੇ ਵਿੱਚ ਲਿਖਿਆ ਗਿਆ ਹੈ, ਜਦੋਂ ਬਾਕੀ ਲੋਕ ਵੀ ਜੀ ਉਠਣਗੇ, ਜਿਹੜੇ ਚੰਗੇ ਲੋਕ, ਨਿਨਵੇ ਦੇ ਲੋਕ ਵੀ ਜਿਨ੍ਹਾਂ ਨੇ ਪਛਤਾਵਾ ਕੀਤਾ,
ਉਹਨਾਂ ਨੇਕ ਲੋਕਾਂ ਦੇ ਨਾਲ ਜੀ ਉਠੇਗਾ। ਨਿਨਵੇ ਸ਼ਹਿਰ ਜਿਹੜੀ ਹੈ, ਅੰਗਰੇਜ਼ੀ ਦੇ ਵਿੱਚ ਉਸ ਨੂੰ ਪੇਗਨ ਸਿਟੀ ਕਿਹਾ ਜਾਂਦਾ ਹੈ। ਪੇਗਨ ਸਿਟੀ ਮਤਲਬ ਅਧਾਰਮਿਕਤਾ ਦਾ ਸ਼ਹਿਰ। ਜਨਰਲੀ ਜਿਹੜੇ ਨੋਰਮਲੀ ਆਪਾਂ ਜਿਹੜੇ ਮਤਲਬ ਅਸੀਂ ਲੱਭਦੇ ਹਾਂ, ਪੇਗਨ ਸਿਟੀ ਜਾਂ ਇਹ ਨਿਨਵੇ ਸ਼ਹਿਰ ਗੈਰ ਈਸਾਈ ਜਾਂ ਗੈਰ ਯਹੂਦੀ ਸ਼ਹਿਰ ਵੀ ਅਸੀਂ ਕਿਹਾ ਸਕਦਾ ਹੈ। ਅੱਜ ਅੰਜੀਲ ਦੇ ਵਿੱਚ ਉਹ ਸ਼ਹਿਰ ਨੂੰ ਇਸ ਲਈ ਮੈਂਸ਼ਨ ਕੀਤਾ ਹੈ ਕਿਉਂਕਿ ਨਿਨਵੇ ਦੇ ਲੋਕ ਆਪਣੇ ਧਾਰਮਿਕ ਜੀਵਨ ਨੂੰ ਛੱਡ ਕੇ ਅਧਾਰਮਿਕਤਾ ਦੇ ਕੰਮਾਂ ਦੀ ਗੁਲਾਮ ਬਣ ਚੁੱਕੇ ਸਨ। ਇਸ ਲਈ ਯੂਨਾ ਨੂੰ ਉਸ ਸ਼ਹਿਰ ਵਿੱਚ ਘੱਲਿਆ ਗਿਆ ਤਾਂ ਕਿ ਅਧਾਰਮਿਕ ਲੋਕ ਆਪਣੇ ਬੁਰਾਈਆਂ ਨੂੰ ਛੱਡ ਕੇ ਧਾਰਮਿਕ ਜੀਵਨ ਗੁਜ਼ਾਰਨ ਦੇ ਲਈ ਯੂਨਾ ਇੱਕ ਨਿਸ਼ਾਨ ਬਣ ਸਕੇ। ਲੇਕਿਨ ਅੱਜ ਦੀ ਅੰਜੀਲ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਯੂਨਾ ਉਸ ਸ਼ਹਿਰ ਦੇ ਲਈ ਇੱਕ ਨਿਸ਼ਾਨ ਸੀ ਅਤੇ ਇੱਥੇ ਯਿਸੂ ਮਸੀਹ ਨੂੰ ਸਾਡੇ ਸਾਹਮਣੇ ਖੜਾ ਕਰਕੇ ਅੱਜ ਦੇ ਸੰਤ ਲੂਕਾ ਸਾਨੂੰ ਇਹ ਦੱਸਦਾ ਹੈ ਕਿ ਉਸ ਨਿਸ਼ਾਨ ਜਿਹੜਾ ਯੂਨਾ ਨਬੀ ਸੀ ਉਸ ਤੋਂ ਵੱਧ ਕੇ ਮਹਾਨ ਇੱਥੇ ਹਾਜ਼ਰ ਹੈ, ਯਿਸੂ ਮਸੀਹ। ਦੂਸਰਾ ਘਟਨਾ ਜਿਹਦੇ ਉੱਤੇ ਸਾਨੂੰ ਸੋਚ ਵਿਚਾਰ ਕਰਨ ਦੀ ਅੱਜ ਅੰਜੀਲ ਪ੍ਰੇਰਣਾ ਕਰਦਾ ਹੈ ਉਹ ਹੈ ਦੱਖਣ ਤੋਂ ਆਇਆ ਇੱਕ ਰਾਣੀ ਅਤੇ ਸੁਲੇਮਾਨ। ਪੁਰਾਣੇ ਨੇਮ ਵਿੱਚ ਅਸੀਂ ਵੇਖਦੇ ਹਾਂ ਸੁਲੇਮਾਨ ਦੀ ਗਿਆਨ ਸਭ ਤੋਂ ਜ਼ਿਆਦਾ ਗਿਆਨ ਸੀ। ਸੁਲੇਮਾਨ ਨੇ ਜਦੋਂ ਖੁਦਾ ਕੋਲੋਂ ਜਿਹੜੀ ਇੱਕ ਹੀ ਵਰਦਾਨ ਮੰਗਿਆ, ਉਸਨੇ ਬੁੱਧ, ਅਕਲ ਅਤੇ ਸਮਝ ਦੀ ਵਰਦਾਨ ਮੰਗਿਆ ਸੀ। ਇੰਨੀ ਗਿਆਨ ਸੁਲੇਮਾਨ ਵਿੱਚ ਸੀ। ਇੱਥੋਂ ਤੱਕ ਸੁਲੇਮਾਨ ਦੇ ਉਸ ਗਿਆਨ ਨੂੰ ਸੁਣਨ ਦੇ ਲਈ, ਉਸ ਗਿਆਨ ਨੂੰ ਜਾਣਨ ਦੇ ਲਈ ਦੱਖਣ ਤੋਂ ਵੀ ਰਾਣੀ ਉਸ ਜਗ੍ਹਾ 'ਤੇ ਪਹੁੰਚੇ ਸੀ। ਲੇਕਿਨ ਅੱਜ ਸੰਤ ਲੂਕਾ ਸਾਡੇ ਸਾਹਮਣੇ ਯਿਸੂ ਮਸੀਹ ਨੂੰ ਪੇਸ਼ ਕਰਦਾ ਹੈ ਅਤੇ ਦੱਸਦਾ ਹੈ ਸੁਲੇਮਾਨ ਦੀ ਗਿਆਨ ਤੋਂ ਵੀ ਵੱਧ ਕੇ, ਸੁਲੇਮਾਨ ਵਰਗਾ ਮਹਾਨ ਰਾਜੇ ਤੋਂ ਵੱਧ ਕੇ ਇੱਥੇ ਹੋਰ ਕੋਈ ਹੈ, ਉਹ ਹੈ ਯਿਸੂ ਮਸੀਹ। ਤੇ ਇੱਕ ਪਾਸੇ ਸਾਨੂੰ ਯੂਨਾ ਨਬੀ ਦੀ ਨਿਸ਼ਾਨ ਹੈ, ਦੂਸਰੇ ਪਾਸੇ ਸਾਨੂੰ ਗਿਆਨ ਭਰਿਆ ਹੋਇਆ ਸੁਲੇਮਾਨ ਦੀ ਨਿਸ਼ਾਨ ਹੈ। ਲੇਕਿਨ ਅੱਜ ਸਾਡਾ ਪ੍ਰਭੂ ਜੋ ਯਿਸੂ ਮਸੀਹ ਹੈ, ਇਸ ਦੁਨੀਆ ਦੀਆਂ ਸਾਰੀਆਂ ਗਿਆਨ ਤੋਂ, ਵੱਡੇ ਵੱਡੇ ਮਹਾਨ ਰਾਜਾਵਾਂ ਤੋਂ ਵੱਧ ਕੇ ਇੱਕ ਬਹੁਤ ਵੱਡੀ ਨਿਸ਼ਾਨੀ ਸਾਡੇ ਸਾਰਿਆਂ ਦੇ ਲਈ ਹੈ। ਮੈਂ ਤੁਹਾਨੂੰ ਇੱਕ ਅਸਲੀਅਤ, ਇੱਕ ਸੱਚਾਈ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਇਸਰਾਇਲ ਦੇਸ਼ ਦੇ ਵਿੱਚ 3 ਖਾਸ ਕਬਰਸਤਾਨਾਂ ਹਨ। ਉਸ ਕਬਰਸਤਾਨ ਦੀ ਮਹਾਨਤਾ ਇਹੀ ਹੈ, ਭਾਵੇਂ ਈਸਾਈ ਹੋ, ਯਹੂਦੀ ਹੋ ਜਾਂ ਮੁਸਲਮਾਨ ਹੋ, ਉਹਨਾਂ ਦੇ ਮਰਨ ਤੋਂ ਬਾਅਦ ਇਹ ਜਿਹੜੀਆਂ 3 ਕਬਰਸਤਾਨਾਂ ਹਨ ਉੱਥੇ ਉਹਨਾਂ ਨੂੰ ਦਫਨਾਉਣ ਦੀ ਉਹ ਇੱਛਾ ਰੱਖਦਾ ਹੈ। ਉਹਦਾ ਵਜ੍ਹਾ ਵੀ ਹੈ। ਤੁਸੀਂ ਜੈਤੂਨ ਪਹਾੜ ਦੇ ਬਾਰੇ ਪਹਿਲੋਂ ਵੀ ਸੁਣਿਆ ਹੋਵੇਗਾ, ਦ ਮਾਊਂਟ ਆਫ ਓਲੀਵਸ। ਅੱਜ ਜੈਤੂਨ ਪਹਾੜ 'ਤੇ ਇੱਕ ਚਰਚ ਬਣਿਆ ਹੋਇਆ ਹੈ। ਉਹਦਾ ਰੂਪ ਹੈ, ਇੱਕ ਆਂਸੂ ਦਾ ਰੂਪ ਹੈ। ਜਦੋਂ ਪ੍ਰਭੂ ਯਿਸੂ ਮਸੀਹ ਜੈਤੂਨ ਪਹਾੜ 'ਤੇ ਖੜੇ ਹੋ ਕੇ ਯਰੂਸ਼ਲਮ ਮੰਦਿਰ ਨੂੰ ਦੇਖ ਕੇ ਇਹ ਘੋਸ਼ਣਾ ਕੀਤਾ ਸੀ, ਰੋ ਕੇ, ਦੁਖੀ ਹੋ ਕੇ, ਕਿ ਇਸ ਯਰੂਸ਼ਲਮ ਮੰਦਿਰ ਸਭ ਕੁਝ ਨਸ਼ਟ ਹੋ ਜਾਵੇਗਾ, ਇੱਕ ਪੱਥਰ ਦੇ ਉੱਤੇ ਇੱਕ ਪੱਥਰ ਨਹੀਂ ਖੜਾ ਹੋਵੇਗਾ। ਉਸ ਆਉਣ ਵਾਲੇ ਸਮੇਂ ਦੇ ਬਾਰੇ ਸੋਚ ਕੇ, ਰੋ ਕੇ, ਆਂਸੂ ਬਹਾ ਕੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਦੱਸਿਆ, ਉਸ ਆਂਸੂ ਦੀ ਜਿਹੜੀ ਚਰਚ ਬਣੀ ਹੋਈ ਹੈ ਉਹ ਨਿਸ਼ਾਨ ਹੈ। ਇਹ ਕਬਰਸਤਾਨ ਦੀ ਖਾਸੀਅਤ ਇਹੀ ਹੈ, ਪ੍ਰਭੂ ਯਿਸੂ ਮਸੀਹ ਦੇ ਦੂਸਰੀ ਵਾਰ ਆਉਣ ਦੀ ਉਡੀਕ ਉਸ ਜੈਤੂਨ ਪਹਾੜ 'ਤੇ ਹੈ ਈਸਾਈਆਂ ਵੱਲੋਂ। ਸਾਡੇ ਲਈ ਪ੍ਰਭੂ ਯਿਸੂ ਮਸੀਹ ਮੁਕਤੀਦਾਤਾ ਆ ਚੁੱਕਾ ਹੈ, ਲੇਕਿਨ ਉਸ ਦੀ ਦੂਸਰੀ ਵਾਰ ਆਉਣਾ ਇਹ ਪ੍ਰਵਚਿਤ ਕੀਤਾ ਹੋਇਆ ਹੈ ਕਿ ਜੈਤੂਨ ਪਹਾੜ 'ਤੇ ਹੀ ਹੋਵੇਗਾ। ਇਹ ਈਸਾਈਆਂ ਦਾ ਵਿਸ਼ਵਾਸ ਹੈ। ਯਹੂਦੀਆਂ ਦਾ ਵਿਸ਼ਵਾਸ ਹਜੇ ਵੀ ਇਹੀ ਹੈ
ਕਿ ਉਹਨਾਂ ਲਈ ਇਸ ਦੁਨੀਆ ਦੇ ਵਿੱਚ ਇੱਕ ਮੁਕਤੀਦਾਤਾ ਨਹੀਂ ਆਇਆ ਅਜੇ ਤੱਕ। ਇਸ ਲਈ ਉਸ ਯਰੂਸ਼ਲਮ ਮੰਦਿਰ ਦੇ ਪਿਛਲੇ ਪਾਸੇ ਜਿਹੜੀ ਦੀਵਾਰ ਹੈ ਉਸ ਨੂੰ ਵੀਪਿੰਗ ਵਾਲ ਕਿਹਾ ਜਾਂਦਾ ਹੈ। ਅਜੇ ਵੀ ਯਹੂਦੀ ਲੋਕ ਉੱਥੇ ਜਾ ਕੇ ਮੱਥਾ ਉਸ ਦੀਵਾਰ 'ਤੇ ਲਗਾਉਂਦੇ ਹੋਏ ਦੁਆ ਕਰਦੇ ਹਨ ਕਿ ਸਾਡੇ ਲਈ ਕੋਈ ਮੁਕਤੀਦਾਤਾ ਆਵੇ। ਉਸ ਯਹੂਦੀ ਕੌਮ ਉਸ ਮੁਕਤੀਦਾਤੇ ਦੀ ਆਉਣ ਦੀ ਉਡੀਕ ਉਸ ਜੈਤੂਨ ਪਹਾੜ 'ਤੇ ਹੈ। ਮੁਸਲਮਾਨਾਂ ਦੇ ਲਈ ਵੀ ਉਸ ਮਹਾਨ ਨਬੀ ਦਾ ਉਡੀਕ ਉਸ ਜੈਤੂਨ ਪਹਾੜ 'ਤੇ ਉਹ ਰੱਖਦੇ ਹਨ। ਅਤੇ ਮੁਸਲਮਾਨਾਂ ਲਈ ਵੀ, ਯਹੂਦੀਆਂ ਦੇ ਲਈ ਵੀ, ਈਸਾਈਆਂ ਲਈ ਵੀ ਇੱਕ ਉਮੀਦ ਹੈ, ਇੱਕ ਉਡੀਕ ਹੈ, ਉਹ ਹੈ ਜੈਤੂਨ ਪਹਾੜ। ਇਸ ਲਈ ਜਿਹੜੇ ਵੀ ਲੋਕ ਮਰਨ ਤੋਂ ਬਾਅਦ ਉਹਨਾਂ 3 ਕਬਰਸਤਾਨਾਂ ਦੇ ਵਿੱਚ ਜਿਹੜੇ ਜੈਤੂਨ ਪਹਾੜ ਦੇ ਥੱਲੇ ਹੈਗੀ ਹੈ 3 ਹਿੱਸਾ ਵੰਡਿਆ ਗਿਆ ਹੈ, ਉਹਨਾਂ 3 ਹਿੱਸੇ ਦੇ ਵਿੱਚ ਵੀ ਹਰ ਇੱਕ ਖਬਰ ਵੀ ਉਸੇ ਤਰ੍ਹਾਂ ਬਣਾਇਆ ਗਿਆ ਹੈ ਜਦੋਂ ਲੇਟਦੇ ਹਾਂ ਸਿਰ ਉਸ ਪਹਾੜ ਵੱਲ ਹੋਵੇ। ਜਦੋਂ ਯਿਸੂ ਮਸੀਹ ਆਵੇਗਾ ਉਹ ਅਸੀਂ ਦੇਖ ਸਕੇ। ਯਿਸੂ ਮਸੀਹ ਦੀ ਦੂਸਰੀ ਆਉਣ ਦੀ ਉਡੀਕ ਈਸਾਈਆਂ ਲਈ, ਯਹੂਦੀਆਂ ਦੇ ਲਈ ਇੱਕ ਮੁਕਤੀਦਾਤੇ ਦੀ ਉਡੀਕ ਅਤੇ ਮੁਸਲਮਾਨਾਂ ਲਈ ਉਹ ਮਹਾਨ ਨਬੀ ਦੀ ਉਡੀਕ। ਇਹ ਕਹਾਣੀ ਮੈਂ ਤੁਹਾਨੂੰ ਕਿਉਂ ਦੱਸਿਆ? ਇਹ ਸੱਚਾਈ ਹੈ ਜੋ ਇਸਰਾਇਲ ਦੇਸ਼ ਦੇ ਵਿੱਚ। ਮੈਂ ਇਸ ਲਈ ਤੁਹਾਨੂੰ ਕਿਹਾ ਸਾਡੇ ਵਰਗਾ ਈਸਾਈਆਂ ਦੇ ਲਈ ਜੇਕਰ ਅਸੀਂ ਉਸ ਮਸੀਹ ਨੂੰ ਦੇਖਣਾ ਹੈ, ਨਿਆਂ ਦੇ ਦਿਨ ਅਸੀਂ ਵੀ ਉਹਨੇ ਨੇਕ ਲੋਕਾਂ ਲਈ ਜੀ ਉੱਠਣਾ ਹੈ, ਸਾਡੇ ਲਈ ਇੱਕ ਵਿਵਸਥਾ ਹੈ, ਉਹ ਹੈ ਪਛਤਾਵਾ। ਬਿਨਾਂ ਪਛਤਾਵੇ ਤੇ ਨਾ ਅਸੀਂ ਪ੍ਰਭੂ ਦਾ ਦਰਸ਼ਨ ਕਰ ਸਕਦੇ, ਨਾ ਸਾਡੀ ਉਡੀਕ ਪੂਰੀ ਹੋਣਗੇ। ਯੂਹੰਨਾ ਬਪਤਿਸਤਾ ਦੇ ਬਾਰੇ ਅਸੀਂ ਸੁਣਿਆ ਹੈ। ਸੰਤ ਲੂਕਾ ਦੇ ਅੰਜੀਲ 3 ਬਾਬ 7 ਅਤੇ 8 ਐਤ ਯੂਹੰਨਾ ਦੇ ਬਪਤਿਸਤੇ ਦੇ ਬਾਰੇ ਲਿਖਿਆ ਹੋਇਆ ਹੈ, ਖਾਸ ਕਰਕੇ ਜਿਹੜਾ ਬਪਤਿਸਮਾ ਉਸਨੇ ਦਿੱਤਾ ਹੈ। ਉਹਨੇ ਕਿਹੜੇ ਬਪਤਿਸਮੇ ਦਿੱਤੇ? ਪਛਤਾਵੇ ਦੀ ਬਪਤਿਸਮਾ। ਯੂਹੰਨਾ ਬਪਤਿਸਤਾ ਨੂੰ ਸੁਣਨ ਲਈ ਬਹੁਤ ਲੋਕ ਉੱਥੇ ਇਕੱਠੇ ਸਨ, ਲੇਕਿਨ ਸਾਰਿਆਂ ਨੇ ਬਪਤਿਸਮਾ ਸਵੀਕਾਰ ਕੀਤਾ ਨਹੀਂ। ਸਿਰਫ ਉਹੀ ਲੋਕ ਬਪਤਿਸਮੇ ਸਵੀਕਾਰ ਕੀਤੇ ਜਿਨ੍ਹਾਂ ਨੇ ਪਛਤਾਵਾ ਕੀਤਾ ਹੈ, ਜਿਨ੍ਹਾਂ ਨੇ ਪਛਤਾਵੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ, ਆਪਣੇ ਕੀਤੇ ਹੋਏ ਛੋਟੇ ਤੋਂ ਲੈ ਕੇ ਵੱਡੇ ਗੁਨਾਹਾਂ ਤੱਕ ਪਛਤਾਵਾ ਕੀਤਾ ਹੈ। ਸਿਰਫ ਉਹਨਾਂ ਨੂੰ ਹੀ ਯੂਹੰਨਾ ਬਪਤਿਸਤਾ ਨੇ ਬਪਤਿਸਮਾ ਦਿੱਤਾ ਹੈ, ਬਾਕੀ ਲੋਕਾਂ ਨੂੰ ਨਹੀਂ ਮਿਲਿਆ। ਕੈਥੋਲਿਕ ਕਲੀਸਿਆ ਦੇ ਵਿੱਚ ਸਾਨੂੰ ਸਾਕਰਮੈਂਟ ਦੀ ਵਰਦਾਨ ਦਿੱਤਾ ਗਿਆ ਹੈ। ਪਾਕ ਮਾਂ ਕਲੀਸਿਆ ਸਾਨੂੰ 7 ਸਾਕਰਮੈਂਟਾਂ ਦਿੱਤਾ ਹੈ। ਉਹਦੇ ਵਿੱਚ ਸਾਨੂੰ ਇਤਰਾਫ ਦਾ ਵੀ ਸਾਕਰਮੈਂਟ ਦਿੱਤਾ ਗਿਆ ਹੈ। ਕਾਹਦੇ ਲਈ? ਪਛਤਾਵੇ ਲਈ। ਜਦੋਂ ਤੱਕ ਅਸੀਂ ਆਪਣੇ ਕੀਤੇ ਹੋਏ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਗੁਨਾਹਾਂ ਤੱਕ ਉਹਨਾਂ ਗੁਨਾਹਾਂ ਦੇ ਉੱਤੇ ਅਸੀਂ ਪਛਤਾਵਾ ਨਹੀਂ ਕਰਦੇ, ਨਾ ਅਸੀਂ ਖੁਦਾ ਦੇ ਯੋਗ ਬਣ ਜਾਣਗੇ, ਨਾ ਨਿਆਂ ਦੇ ਦਿਨ ਅਸੀਂ ਖੁਦਾ ਦੇ ਸਾਹਮਣੇ ਨੇਕ ਕਿਹਾ ਜਾਵੇਗਾ, ਨਾ ਜੀ ਉੱਠਣ ਦੇ ਦਿਨ ਅਸੀਂ ਉਹਨਾਂ ਨੇਕ ਲੋਕਾਂ ਦੇ ਨਾਲ ਜੀ ਉੱਠੇਗਾ। ਮਸੀਹ ਦੇ ਵਿੱਚ ਪਿਆਰਿਓ, ਅੱਜ ਮੈਨੂੰ ਤੁਹਾਡੇ ਸਾਹਮਣੇ ਇਹ ਵਿਸ਼ਾ ਰੱਖਣਾ ਚਾਹੁੰਦਾ ਸੀ ਕਿ ਪਛਤਾਵੇ ਦੇ ਬਿਨਾਂ ਈਸਾਈ ਜ਼ਿੰਦਗੀ ਅਧੂਰਾ ਹੈ। ਪਛਤਾਵੇ ਤੋਂ ਬਿਨਾਂ ਅਸੀਂ ਖੁਦਾ ਦੇ ਬੱਚੇ ਨਹੀਂ ਰਹਿ ਸਕਦੇ। ਅਸੀਂ ਅਕਤੂਬਰ 10 ਤਰੀਕ ਨੂੰ ਤਨ ਕੌਣ ਹੈ ਇਹ ਸਵਾਲ ਦੇ ਉੱਤੇ ਅਸੀਂ ਸੋਚ ਵਿਚਾਰ ਕੀਤਾ। ਤਨ ਵਹੀ ਹੈ, ਉਹ ਈਸਾਈ ਹੈ, ਉਹ ਵਿਅਕਤੀ ਅਤੇ ਉਹ ਇਨਸਾਨ ਹੈ ਜੋ ਆਪਣੇ ਕੀਤੇ ਹੋਏ ਗੁਨਾਹਾਂ 'ਤੇ ਪਛਤਾਵਾ ਕਰਕੇ ਆਪਣੇ ਭੈਣ ਭਰਾਵਾਂ ਦੇ ਅੱਗੇ ਮਾਫੀ ਮੰਗਦੇ ਹੋਏ, ਖੁਦਾ ਦੇ ਕੋਲੋਂ ਮਾਫੀ ਨੂੰ ਪ੍ਰਾਪਤ ਕਰਦੇ ਹੋਏ ਈਸਾਈ ਜ਼ਿੰਦਗੀ ਗੁਜ਼ਾਰਦਾ ਹੈ, ਉਹ ਤਨ ਹੈ। ਆਓ ਅਸੀਂ ਇਸ ਲਈ ਮਸੀਹ ਵਿੱਚ ਪਿਆਰਿਓ ਆਪਣੀ ਜ਼ਿੰਦਗੀ ਦੇ ਵਿੱਚ ਪਛਤਾਵੇ ਨੂੰ ਅਪਣਾ ਲਈਏ। ਕੀਤੇ ਹੋਏ ਹਰ ਇੱਕ ਕੰਮ ਹੋਵੇ, ਗੱਲ ਹੋਵੇ ਜਾਂ ਸੋਚ ਹੋਵੇ, ਜੇ ਕਿਸੇ ਦਾ ਦਿਲ ਦੁਖਾਇਆ ਹੈ, ਅਸੀਂ ਖੁਦਾ ਦੇ ਪਿਆਰ ਤੋਂ ਦੂਰ ਹੋ ਗਏ ਹਾਂ, ਅਸੀਂ ਉਹਨਾਂ ਗੁਨਾਹਾਂ ਲਈ ਖੁਦਾ ਦੇ ਅੱਗੇ ਪਛਤਾਵੇ ਨਾਲ ਮਾਫੀ ਮੰਗੀਏ। ਸਾਡੀ ਉਸ ਪਛਤਾਵੇ ਨੂੰ ਦੇਖ ਕੇ ਖੁਦਾ ਸਾਨੂੰ ਆਸ਼ੀਸ਼ ਦੇਵੇ, ਸਾਡੇ ਪਾਪਾਂ ਦੀ ਮਾਫੀ ਦੇ ਕੇ ਖੁਦਾ ਸਾਨੂੰ ਖੁਦਾ ਦੇ ਪਿਆਰੇ ਬੇਟੇ ਅਤੇ ਬੇਟੀ ਬਣਾਵੇ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ।
मसीहा कर ले परवान, अर्पण करा मेरू जी समझान। प्यारे मसीहा कर ले परवान, अर्पण करा मेरू जी समझान। मर्जी मैं तेरी करा सदा, जीवन पर अपना राह दिखा। सी मैं तेरी करा सदा, जीवन पर अपना राह दिखा। भुल्ला ना फिर मैं तेरा कलाम, अर्पण करा मेरू जी समझा। प्यारे मसीहा कर ले परवान, अर्पण करा मेरू जी समझा। अर्पण करा मेरू जी समझा। ਭੈਣੋ ਅਤੇ ਭਰਾਓ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ, ਇਸ ਕੁਰਬਾਨੀ ਨੂੰ ਪ੍ਰਵਾਨ ਕਰ ਜਿਸ ਨੂੰ ਚੜਾਉਣ ਲਈ ਤੂੰ ਆਪ ਸਾਨੂੰ ਹੁਕਮ ਦਿੱਤੀ ਹੈ। ਜਿਵੇਂ ਕਿ ਅਸੀਂ ਆਪਣੀ ਪੁਰੋਹਿਤਾਈ ਸੇਵਾ ਨੂੰ ਨਿਭਾਉਂਦੇ ਹਾਂ, ਤੂੰ ਸਾਡੇ ਵਿੱਚ ਆਪਣੇ ਮੁਕਤੀਗਾਰੀ ਕੰਮ ਨੂੰ ਮੁਕੰਮਲ ਬਣਾ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੇਰੇ ਵਿੱਚ ਸਾਡਾ ਜੀਵਨ, ਸਾਡੀ ਹਰਕਤ ਅਤੇ ਹੋਂਦ ਹੈ। ਹਰ ਰੋਜ਼ ਤੂੰ ਸਾਨੂੰ ਬਾਪ ਵਾਲਾ ਪਿਆਰ ਵਿਖਾਉਂਦਾ ਹੈ। ਤੇਰਾ ਰੂਹ ਪਾਕ ਜੋ ਸਾਡੇ ਵਿੱਚ ਰਹਿੰਦਾ ਹੈ, ਇਸ ਧਰਤੀ ਉੱਤੇ ਸਾਨੂੰ ਨਾ ਮੁੱਕਣ ਵਾਲੀ ਖੁਸ਼ੀ ਦੀ ਉਮੀਦ ਦਿੰਦਾ ਹੈ। ਤੇਰੇ ਰੂਹ ਪਾਕ ਦੇ ਵਰਦਾਨ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀਵੰਦਾ ਕੀਤਾ। ਇਹੀ ਰੂਹ ਪਾਕ ਸਾਨੂੰ ਸਵਰਗ ਦੇ ਪਾਸ਼ਕਾ ਤਿਉਹਾਰ ਦਾ ਸਵਾਦ ਚੱਕਣ ਦਾ ਵਰਦਾਨ ਦਿੰਦਾ ਹੈ ਅਤੇ ਉਸ ਵਿੱਚ ਭਾਗੀ ਹੋਣ ਦਾ ਵਾਅਦਾ ਕਰਦਾ ਹੈ। ਇਸ ਲਈ ਅਸੀਂ ਸਾਰੇ ਫਰਿਸ਼ਤਿਆਂ ਨਾਲ ਰਲ ਕੇ ਤੇਰੀ ਉਸਤਤ ਕਰਦੇ ਹਾਂ ਅਤੇ ਖੁਸ਼ੀਆਂ ਨਾਲ ਜਸ਼ਨ ਮਨਾਉਂਦੇ ਹੋਏ ਇਹ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਸਾਰੀ ਸੰਗਤ ਗੋਡੇ ਠੇਕੀਏ। ਖੁਦਾ ਦੇ ਹਜ਼ੂਰੀ ਵਿੱਚ ਹੋ ਕੇ ਪਾਕ ਯੂਕਰਿਸਤ ਇਸ ਖਾਸ ਪ੍ਰਾਰਥਨਾ ਦੇ ਵਿੱਚ ਸਾਨੂੰ ਆਪਣੇ ਤਹਿ ਦਿਲੋਂ ਪਛਤਾਵੇ ਕਰਨ ਦਾ ਵਰਦਾਨ ਦੇ ਲਈ ਖੁਦਾ ਦੇ ਅੱਗੇ ਬੇਨਤੀ ਕਰੀਏ। ਗੁਨਾਹ ਕਰਨਾ ਇਨਸਾਨੀਅਤ ਹੈ। ਉਹਨਾਂ ਗੁਨਾਹਾਂ ਲਈ ਮਾਫੀ ਮੰਗਣਾ ਉਹ ਈਸਾਈ ਜ਼ਿੰਦਗੀ ਦਾ ਮੁੱਲ ਹੈ। ਇੱਕ ਦੂਸਰੇ ਨੂੰ ਮਾਫੀ ਨਹੀਂ ਦੇ ਸਕਦੇ ਅਤੇ ਸਾਡੇ ਹਰ ਇੱਕ ਪਾਪਾਂ ਨੂੰ ਅਸੀਂ ਆਪਣੇ ਭੈਣਾਂ ਭਰਾਵਾਂ ਤੋਂ ਮਾਫੀ ਪ੍ਰਾਪਤ ਵੀ ਨਹੀਂ ਕਰ ਸਕਦੇ। ਲੇਕਿਨ ਖੁਦਾ ਦੇ ਸਾਹਮਣੇ ਸਾਡੇ ਕੋਈ ਵੀ ਗੁਨਾਹ ਅਤੇ ਪਾਪਾਂ ਦੀ ਗਿਣਤੀ ਨਹੀਂ ਹੁੰਦੀ। ਖੁਦਾ ਦੇ ਅੱਗੇ ਅਸੀਂ ਪ੍ਰਾਰਥਨਾ ਕਰੀਏ, ਪ੍ਰਭੂ ਜੇ ਮੈਂ ਸੋਚਣ, ਬੋਲਣ ਅਤੇ ਕਰਨ ਨਾਲ ਮੇਰੇ ਭੈਣ ਭਰਾਵਾਂ ਨੂੰ ਮੈਂ ਦੁੱਖ ਦਿਲਾਇਆ, ਉਹਨਾਂ ਪਾਪਾਂ ਲਈ ਮੈਨੂੰ ਮਾਫੀ ਦੇ ਅਤੇ ਅੱਗੇ ਗੁਨਾਹ ਨਾ ਕਰਨ ਦੀ ਅਸੀਂ ਕੋਸ਼ਿਸ਼ ਕਰੀਏ। ਸਾਡੀ ਹਰ ਗੱਲ, ਹਰ ਸੋਚ, ਹਰ ਕਰਮ ਦੂਸਰਿਆਂ ਦੀ ਭਲਾਈ ਦੇ ਲਈ, ਉਹਨਾਂ ਦੀ ਖੁਸ਼ੀ ਲਈ ਹੋਣ ਦੇ ਅਸੀਂ ਮਿਹਨਤ ਕਰੀਏ।
हे प्रभु तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਨ੍ਹਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਹ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਤੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। हे ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ ਅਤੇ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। हे ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਸਾਡੇ ਮੁਕਤਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਆਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਆਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। हे ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਸਮੇਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜੀਵੇ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। हे ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ
ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਵੋ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਉਹ ਜਿਹੜੇ ਉਸ ਦੇ ਭੋਜਨ ਤੇ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਬਦਨ ਅਤੇ ਲਹੂ ਸਾਨੂੰ ਸਦੀਵੀ ਜੀਵਨ ਪ੍ਰਦਾਨ ਕਰੇ। ਆਮੀਨ। ਤੋਂ ਪਛਾਣਿਆ ਤੂੰ ਜਾਨਾ ਏ ਬੰਦਿਆ, ਕੰਮਾਂ ਤੋਂ ਪਛਾਣਿਆ ਤੂੰ ਜਾਨਾ ਏ। ਮਨ ਵਿੱਚ ਭਰਿਆ ਜੋ ਲੱਭਾਂ ਤੇ ਲਿਆਉਂਦਾ ਏ, ਮਨ ਵਿੱਚ ਭਰਿਆ ਜੋ ਲੱਭਾਂ ਤੇ ਲਿਆਉਂਦਾ ਏ। ਬੋਲ ਤੇਰੇ ਤਸਵੀਰ ਨੇ ਤੇਰੀ, ਬੋਲ ਤੇਰੇ ਤਸਵੀਰ ਨੇ ਤੇਰੀ, ਸਮਝ ਕੇ ਬੋਲ ਤੂੰ ਪਾਣੀਆ। ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ। ਤੁਸੀਂ ਹੋ ਮੇਰੀਆਂ ਟਾਹਣੀਆਂ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ। ਅਸੀਂ ਪ੍ਰਾਰਥਨਾ ਕਰੀਏ। ਇਹ ਖੁਦਾ ਸਾਡੇ ਬਾਪ, ਇਸ ਸੈਕਰਮੈਂਟ ਵਿੱਚ ਸ਼ਰੀਕ ਹੋਣ ਨਾਲ ਤੇਰੇ ਲਈ ਸਾਡੀ ਭੁੱਖ ਨੂੰ ਮਿਟਾ ਦੇ ਅਤੇ ਪਿਆਸ ਨੂੰ ਬੁਝਾ ਦੇ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਯਿਸੂ ਮਸੀਹ ਵਿੱਚ ਬਦਲ ਜਾਈਏ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟੇ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਹੈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਲੈਂਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ
ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੀ ਹੋਏ ਕਲਾਮ ਦੀ ਮਾਂ, ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਪਵਿੱਤਰ ਮਾਂ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। sa 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 ni re sa 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 ni re sa 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 ni re sa ga sa ni da pa da ni re 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 sa ga re sa ga re sa ga re pa ma ga re sa 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 ni re sa 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 ni re sa 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 ni re sa ga sa ni da pa da ni re re sa ga re sa ga re sa ga re pa ma ga re sa pa da ma pa sa ni re sa ni da ni pa ma ga ma dha pa pa da ma pa sa ni re sa ni da ni pa ma ga ma dha pa ga pa ma ga re sa pa ma ga pa ga pa ma ga re sa ga pa ma ga re sa मुबारक कुंवारी मरियम दी होवे महिमा। मुबारक कुंवारी मरियम दी होवे महिमा। सलाम तेरे नाल है फजला नाल परी तू तन पुत्र है यीशु और तवी चो तन तू पदनी सगा गरे रे पासा नी दा पा खुदावंदी तेरे नाल है फजला नाल परी तू तन पुत्र है यीशु और